ਤੁਸੀਂ ਸੁਣ ਰਹੇ ਹੋ ਡਾਕਟਰ ਦਲਜੀਤ ਸਿੰਘ ਦੀ ਕਿਤਾਬ ਦੂਜਾ ਪਾਸਾ। ਅੱਜ 11ਵੇਂ ਭਾਗ ਵਿੱਚ ਸੁਣੋ ਭਾਰਤ ਦਾ ਐਟਮੀ ਬੰਬ ਪ੍ਰੋਗਰਾਮ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਜ਼ ਐਟਮ ਬੰਬਾਂ ਅਤੇ ਮਿਜ਼ਾਈਲਾਂ ਬਾਰੇ ਪੜ੍ਹਦੇ ਰਹਿੰਦੇ ਹਾਂ, ਪਰ ਕਿੰਨਿਆਂ ਨੂੰ ਪਤਾ ਹੈ ਕਿ ਸਾਡਾ ਐਟਮੀ ਪਰਮਾਣੂ ਪ੍ਰੋਗਰਾਮ ਕਿਵੇਂ ਸ਼ੁਰੂ ਹੋਇਆ। ਇਹ ਇੱਕ ਰੌਚਕ ਕਹਾਣੀ ਹੈ। UNO 1945 ਵਿੱਚ ਬਣੀ। ਇਸ ਦੀ ਸਿਕਿਉਰਿਟੀ ਕੌਂਸਲ ਵਿੱਚ 5 ਦੇਸ਼ ਆਏ, ਜਿਹੜੇ ਉਦੋਂ ਤੋਂ ਹੁਣ ਤੱਕ ਪੱਕੇ ਮੈਂਬਰ ਤੁਰੇ ਆਉਂਦੇ ਹਨ। ਭਾਰਤ ਉਸ ਸਮੇਂ ਗੁਲਾਮ ਦੇਸ਼ ਸੀ। ਸੱਸਾ ਕੱਕਾ ਦੇ ਮੈਂਬਰ ਬਣਨ ਦੀ ਇੱਕੋ ਇੱਕ ਉਮੀਦ ਸੀ, ਪਰ ਚਰਚਿਲ ਦੀ ਬ੍ਰਿਟਿਸ਼ ਸਰਕਾਰ ਨੇ ਇਸ ਕਦਮ ਦਾ ਵਿਰੋਧ ਕੀਤਾ। ਨਤੀਜਾ ਚੀਨ ਨੂੰ ਸੀਟ ਮਿਲ ਗਈ, ਭਾਰਤ ਨੂੰ ਨਹੀਂ। ਸੱਸਾ ਕੱਕਾ ਦੇ 5 ਮੈਂਬਰ ਬਣੇ: ਰੂਸ, ਚੀਨ, ਫਰਾਂਸ, UK ਅਤੇ USA। ਪੰਜਾਂ ਨੇ ਪਹਿਲਾਂ ਐਟਮ ਬੰਬ ਅਤੇ ਪਿੱਛੋਂ ਹਾਈਡਰੋਜਨ ਬੰਬ ਬਣਾ ਲਏ। ਸਿਕਿਉਰਿਟੀ ਕੌਂਸਲ ਇੱਕ ਤਰ੍ਹਾਂ ਦੀ ਐਟਮੀ ਜਾਂ ਨਿਊਕਲੀਅਰ ਕਲੱਬ ਬਣ ਗਈ। ਸਾਲ 1970 ਵਿੱਚ NPT ਭਾਵ ਨਾਨ ਪ੍ਰਾਲੀਫਿਕੇਸ਼ਨ ਟ੍ਰੀਟੀ ਉੱਤੇ ਦਸਤਖਤ ਕੀਤੇ ਗਏ ਤਾਂ ਜੋ ਹੋਰ ਕੋਈ ਵੀ ਦੇਸ਼ ਐਟਮੀ ਤਾਕਤ ਨਾ ਬਣ ਜਾਵੇ। ਆਜ਼ਾਦੀ ਮਿਲਦਿਆਂ ਹੀ ਭਾਰਤ ਨੇ ਤਾੜ ਲਿਆ ਕਿ ਵਿਸ਼ਵ ਸ਼ਕਤੀ ਬਣਨ ਲਈ ਐਟਮੀ ਤਾਕਤ ਬਣਨਾ ਜ਼ਰੂਰੀ ਸੀ। ਭਾਰਤੀ ਵਿਗਿਆਨੀ ਰਾਜਾ ਰਮੰਨਾ ਦਾ ਕਹਿਣਾ ਹੈ, ਬੰਬ ਬਣਾਉਣਾ ਹੈ ਕਿ ਨਹੀਂ, ਇਸ ਬਾਰੇ ਕਦੇ ਬਹਿਸ ਨਹੀਂ ਹੋਈ। ਅਤਿਅੰਤ ਜ਼ਰੂਰੀ ਸੀ ਕਿ ਬਣਾਇਆ ਕਿਵੇਂ ਜਾਵੇ। ਭਾਰਤੀ ਵਿਗਿਆਨੀਆਂ ਦੀ ਸ਼ਾਖ ਨੀਵੀਂ ਸੀ। ਪੱਛਮੀ ਵਿਗਿਆਨੀ ਸਾਨੂੰ ਟਿੱਚ ਸਮਝਦੇ ਸਨ ਕਿ ਅਸੀਂ ਵੀ ਕੁਝ ਕਰ ਸਕਦੇ ਸਾਂ। ਭਾਰਤ ਨੂੰ ਜਾਪਿਆ ਕਿ ਵਿਸ਼ਵ ਦੇ ਧੰਦਿਆਂ ਵਿੱਚ ਹਿੱਸਾ ਲੈਣ ਲਈ ਐਟਮੀ ਸ਼ਕਤੀ ਬਣਨਾ ਲਾਜ਼ਮੀ ਸੀ, ਸੋ ਭਾਰਤ ਨੂੰ ਇਸ ਪਾਸੇ ਠੇਲ ਦਿੱਤਾ ਗਿਆ। ਭਾਰਤ ਦੇ ਅੰਦਰ ਐਟਮੀ ਖੋਜ ਦੀ ਕਹਾਣੀ ਵਿਚਿੱਤਰ ਹੈ। ਇਸ ਦੀ ਸ਼ੁਰੂਆਤ ਆਜ਼ਾਦੀ ਤੋਂ 3 ਸਾਲ ਪਹਿਲਾਂ ਡਾਕਟਰ ਹੋਮੀ ਜਹਾਂਗੀਰ ਭਾਂਬਾ ਦੇ ਚਾਚੇ ਸਰ ਦੋਰਾਬ ਟਾਟਾ ਦੇ ਟਰੱਸਟ ਨੇ ਕੀਤੀ। ਉਸ ਸਮੇਂ ਕੇਵਲ ਅਮਰੀਕਾ ਦੇ ਕੋਲ ਐਟਮ ਬੰਬ ਸੀ, ਜਿਸ ਨੂੰ ਉਹ 2 ਨਿਹੱਥੇ ਸ਼ਹਿਰਾਂ ਉੱਤੇ ਵਰਤ ਵੀ ਚੁੱਕਿਆ ਸੀ। ਡਾਕਟਰ ਭਾਂਬਾ ਦੀ ਅਗਾਊਂ ਸੋਚ ਅੱਗੇ ਸਿਰ ਝੁਕਾਉਣਾ ਪੈਂਦਾ ਹੈ। ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ 19 ਦਸੰਬਰ 1945 ਨੂੰ ਹੋਂਦ ਵਿੱਚ ਆਈ। ਉਦੋਂ ਹਾਲਾਂ ਭਾਰਤ ਗੁਲਾਮ ਦੇਸ਼ ਸੀ। ਆਜ਼ਾਦੀ ਤੋਂ 1 ਸਾਲ ਪਿੱਛੋਂ ਭਾਰਤੀ ਐਟਮੀ ਰਿਸਰਚ ਕਮਿਸ਼ਨ ਦਾ ਸਰਕਾਰੀ ਗਠਨ ਕੀਤਾ ਗਿਆ। ਇਸ ਬਾਰੇ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਨੇ ਕਿਹਾ, ਐਟਮੀ ਸ਼ਕਤੀ ਅਮਨ ਪਾਸੇ ਵਰਤੋਂ ਅਤੇ ਦੇਸ਼ ਦੀ ਰੱਖਿਆ ਲਈ ਹੈ। ਇਸ ਪਾਸੇ ਤਰੱਕੀ ਕਰਨੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨਹਿਰੂ ਨੇ ਆਪਣੇ ਐਟਮੀ ਪੱਤੇ ਛਾਤੀ ਨਾਲ ਲਗਾ ਕੇ ਰੱਖੇ, ਗੁੱਟ ਨਿਰਲੇਪ ਦੇਸ਼ਾਂ ਦੀ ਲਹਿਰ ਚਲਾਈ ਅਤੇ ਐਟਮੀ ਫੌਜੀ ਸ਼ਕਤੀ ਦੇ ਖਾਤਮੇ ਲਈ ਪ੍ਰਚਾਰ ਕੀਤਾ। ਐਟਮੀ ਊਰਜਾ ਦਾ ਮਹਿਕਮਾ ਬਣਾਇਆ, ਜਿਸ ਦਾ ਸਕੱਤਰ ਸੀ ਡਾਕਟਰ ਭਾਂਬਾ ਅਤੇ ਉਸ ਦਾ ਸਿੱਧਾ ਸਬੰਧ ਸੀ ਪ੍ਰਧਾਨ ਮੰਤਰੀ ਦੇ ਨਾਲ। ਅਜੇ ਤੱਕ ਇਹੀ ਪ੍ਰਬੰਧ ਚੱਲ ਰਿਹਾ ਹੈ। ਪਰਮਾਣੂ ਨਿਊਕਲੀਅਰੀ ਤਰੱਕੀ ਲਈ ਸਾਨੂੰ ਬਾਹਰੋਂ ਚੋਖੀ ਮਦਦ ਮਿਲੀ ਸੀ। ਪਹਿਲਾ ਰਿਐਕਟਰ, ਜਿਸ ਦਾ ਨਾਮ ਅਪਸਰਾ ਹੈ, 1 ਮੈਗਾਵਾਟ ਦਾ ਬ੍ਰਿਟੇਨ ਨੇ ਦਿੱਤਾ। ਦੂਜਾ ਰਿਐਕਟਰ 40 ਮੈਗਾਵਾਟ ਦਾ ਕੈਨੇਡਾ ਨੇ ਦਿੱਤਾ ਅਤੇ ਉਸ ਲਈ ਅਮਰੀਕਾ ਨੇ 21 ਟਨ ਭਾਰੀ ਪਾਣੀ ਦਿੱਤਾ। ਉਸ ਰਿਐਕਟਰ ਦਾ ਨਾਮ ਬਣਿਆ ਸੀਰਸ, ਕੈਨੇਡਾ ਇੰਡੀਆ ਰਿਐਕਟਰ US। ਸਿਰਸ ਉਸ ਸਮੇਂ ਆਇਆ ਜਦੋਂ ਅੰਤਰਰਾਸ਼ਟਰੀ ਪਾਬੰਦੀਆਂ ਹੋਂਦ ਵਿੱਚ ਨਹੀਂ ਸਨ ਆਈਆਂ। ਇਹ ਰਿਐਕਟਰ ਐਟਮੀ ਹਥਿਆਰ ਬਣਾਉਣ ਲਈ ਉੱਤਮ ਸੀ। ਕੈਨੇਡਾ ਅਤੇ ਅਮਰੀਕਾ ਨੇ ਇਸ ਉੱਤੇ ਕਾਬੂ ਕਰਨ ਦਾ ਯਤਨ ਕੀਤਾ, ਪਰ ਭਾਰਤ ਕਾਬੂ ਨਹੀਂ ਆਇਆ। ਭਾਰਤ ਧਾਤੂ ਵਿਗਿਆਨੀ ਬ੍ਰਹਮ ਪ੍ਰਕਾਸ਼ ਦੀ ਅਗਵਾਈ ਹੇਠ ਐਟਮੀ ਸੜਕ ਉੱਤੇ ਤੁਰਦਾ ਗਿਆ। 1957 ਵਿੱਚ ਪੰਡਿਤ ਨਹਿਰੂ ਨੇ ਟਰਾਂਬੇ ਵਿੱਚ ਐਟਮੀ ਊਰਜਾ ਦਾ ਅਦਾਰਾ ਕਾਇਮ ਕੀਤਾ। ਪਿੱਛੋਂ ਇੰਦਰਾ ਗਾਂਧੀ ਨੇ ਇਸ ਦਾ ਨਾਂ ਭਾਭਾ ਆਟੋਮੈਟਿਕ ਰਿਸਰਚ ਸੈਂਟਰ ਬਾਲਕ ਰੱਖਿਆ। ਡਾਕਟਰ ਭਾਂਬਾ 24 ਜਨਵਰੀ 1966 ਵਿੱਚ ਹਵਾਈ ਹਾਦਸੇ ਵਿੱਚ ਮਾਰੇ ਗਏ। ਇਹ ਵੀ ਹੋ ਸਕਦਾ ਹੈ ਬਾਹਰਲੀਆਂ ਸ਼ਕਤੀਆਂ ਨੇ ਮਰਵਾਇਆ ਹੋਵੇ। ਅਮਰੀਕੀ ਨਿਕੋਲਸ ਕੈਨਥ, ਜਿਸ ਨੇ ਅਮਰੀਕਾ ਦੇ ਪਹਿਲੇ ਐਟਮੀ ਪ੍ਰੋਜੈਕਟ ਵਿੱਚ ਚੋਖਾ ਕੰਮ ਕੀਤਾ ਸੀ, ਇੱਕ ਵਾਰ ਪੰਡਿਤ ਨਹਿਰੂ ਅਤੇ ਭਾਂਬਾ ਨੂੰ ਇਕੱਠਿਆਂ ਮਿਲਿਆ। ਆਪਣੀ ਮੀਟਿੰਗ ਬਾਰੇ ਉਹ ਲਿਖਦਾ ਹੈ ਕਿ ਨਹਿਰੂ ਨੇ ਉਸ ਦੇ ਸਾਹਮਣੇ ਭਾਂਬਾ ਨੂੰ ਪੁੱਛਿਆ, ਤੁਸੀਂ ਐਟਮ ਬੰਬ ਤਿਆਰ ਕਰ ਸਕਦੇ ਹੋ? ਭਾਂਬਾ ਨੇ ਹਾਂ ਵਿੱਚ ਜਵਾਬ ਦਿੱਤਾ। ਨਹਿਰੂ ਦੇ ਦੂਜੇ ਸਵਾਲ ਦੇ ਜਵਾਬ ਵਿੱਚ ਭਾਂਬਾ ਨੇ ਕਿਹਾ,
कि इस दी तैयारी विच करीब 1 साल लग जाएगा। नेहरू ने गल मुकाई, खैर तुसां करना नहीं ऐसा जदों तक मैं आप तुहानूं ना कहाँ। ਭਾਰਤ ने पहला ਐਟਮੀ ਟੈਸਟ पोखरण ਵਿੱਚ 18 ਮਈ 1974 ਨੂੰ ਕੀਤਾ। ਹੋਰਨਾਂ ਦੇਸ਼ਾਂ ਵਾਂਗ ਭਾਰਤ ਨੇ ਇਹੀ ਐਲਾਨ ਕੀਤਾ ਕਿ ਇਹ ਇੱਕ ਸ਼ਾਂਤਮਈ ਐਟਮੀ ਧਮਾਕਾ ਸੀ। ਉਸ ਤੋਂ ਪਿੱਛੋਂ ਭਾਰਤ ਨੇ ਬੇਅੰਤ ਐਟਮ ਬੰਬ ਬਣਾਏ ਅਤੇ ਉਹਨਾਂ ਨੂੰ ਲਿਜਾਣ ਲਈ ਰਾਕਟ ਵੀ। ਵਾਜਪਾਈ ਸਰਕਾਰ ਸਮੇਂ ਮਈ 1998 ਵਿੱਚ ਇੱਕ ਹੋਰ ਤਜਰਬੇ ਕੀਤੇ ਗਏ। ਇਹਨਾਂ ਟੈਸਟਾਂ ਦੇ ਨਾਲ ਕਈ ਯੂਰਪੀ ਦੇਸ਼ ਖਫਾ ਹੋ ਗਏ। ਟੈਸਟਾਂ ਤੋਂ ਕੁਝ ਹੀ ਦਿਨਾਂ ਪਿੱਛੋਂ ਮੈਂ ਇੱਕ ਅੰਤਰਰਾਸ਼ਟਰੀ ਮੀਟਿੰਗ 'ਤੇ ਹਾਲੈਂਡ ਜਾਣਾ ਸੀ। ਸਫਾਰਤਖਾਨੇ ਨੇ ਮੈਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਪਾਕਿਸਤਾਨ ਵੀ ਪਿੱਛੇ ਨਹੀਂ ਰਿਹਾ। ਪੱਛਮੀ ਦੇਸ਼ਾਂ ਖਾਸ ਕਰ ਅਮਰੀਕਾ ਦੀ ਲੁਕੀ ਛੁਪੀ ਮਦਦ ਤੋਂ ਬਿਨਾਂ ਉਹ ਐਟਮੀ ਤਜਰਬੇ ਨਹੀਂ ਸੀ ਕਰ ਸਕਦਾ। ਚਲੋ ਜਿਵੇਂ ਵੀ ਹੋਇਆ, ਨਾਲ ਲੱਗਦੇ ਗੁਆਂਢੀ ਦੇਸ਼ਾਂ ਵਿੱਚ ਐਟਮੀ ਹਥਿਆਰ ਆ ਗਏ। ਇਹਨਾਂ ਵਿਚਕਾਰ ਕਿਸੇ ਵੱਡੀ ਪੱਧਰ ਦੀ ਜੰਗ ਦੀ ਸੰਭਾਵਨਾ ਹਮੇਸ਼ਾ ਲਈ ਖਤਮ ਹੋ ਗਈ। ਅੱਜ ਵੱਡੇ ਐਟਮੀ ਬੰਬਾਂ ਨਾਲ ਕੋਈ ਲੜਾਈ ਨਹੀਂ ਜਿੱਤੀ ਜਾ ਸਕਦੀ। ਕਿਸੇ ਦੇਸ਼ ਉੱਤੇ ਕਬਜ਼ਾ ਕਰਨ ਲਈ ਵੱਡੀ ਗਿਣਤੀ ਵਿੱਚ ਕਈ ਕਿਸਮਾਂ ਦੀ ਤਾਕਤ, ਖਾਸ ਕਰਕੇ ਪੈਦਲ ਫੌਜ ਦੀ ਲੋੜ ਹੁੰਦੀ ਹੈ। ਅਸਾਂ ਵੇਖ ਹੀ ਲਿਆ ਹੈ ਕਿ ਅਮਰੀਕਾ ਅਤੇ ਨਾਟੋ ਫੌਜਾਂ 8 ਸਾਲਾਂ ਦੇ ਵਿੱਚ ਆਧੁਨਿਕ ਹਥਿਆਰਾਂ ਦੀ ਵਰਤੋਂ ਨਾਲ ਵੀ ਅਫਗਾਨਿਸਤਾਨ ਉੱਤੇ ਕੋਈ ਕਬਜ਼ਾ ਨਹੀਂ ਜਮਾ ਸਕਦੀਆਂ। ਕੋਈ ਵੱਡੇ ਐਟਮ ਬੰਬ ਦੀ ਸ਼ਕਤੀ ਕੰਮ ਨਹੀਂ ਆਈ, ਪਰ ਇੱਕ ਵੱਡੀ ਸੰਭਾਵਨਾ ਦੇ ਪ੍ਰਮਾਣ ਮਿਲਦੇ ਹਨ ਕਿ ਅਮਰੀਕਾ ਅਤੇ ਨਾਟੋ ਨੇ ਪਰਮਾਣੂ ਨਿਊਕਲੀਅਰਾਈ ਵਸਤੂਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ। ਇਹ ਵੀ ਹੋ ਸਕਦਾ ਹੈ ਕਿ ਕਈ ਥਾਂ ਮਿੰਨੀ ਨਿਊਕ ਐਟਮ ਬੰਬ ਵਰਤੇ ਗਏ ਹੋਣ। ਇਹ ਇੱਕ ਨਵਾਂ ਰੁਝਾਨ ਹੈ ਫੌਜੀ ਖੋਜ ਵਿੱਚ। ਜ਼ੋਰਾਵਰ ਦੇਸ਼ ਨਿਊਕਲੀਆਈ ਪਰਮਾਣੂ ਹਥਿਆਰ ਵੀ ਵਰਤੇ ਅਤੇ ਉਹਦੇ ਬਾਰੇ ਭਿਣਕ ਵੀ ਨਾ ਪੈਣ ਦੇਵੇ। ਅਜਿਹੀਆਂ ਖਬਰਾਂ ਅਮਰੀਕੀ ਫੌਜ ਅਤੇ ਇਦਾਰੇ ਦੇ ਅੰਦਰੋਂ ਦਿਲ ਜਲਿਆਂ ਨੇ ਕੱਢੀਆਂ ਹਨ ਅਤੇ ਸਬੂਤ ਵੀ ਪੇਸ਼ ਕੀਤੇ ਹਨ। ਭਾਰਤ, ਪਾਕਿਸਤਾਨ ਅਤੇ ਇਜ਼ਰਾਈਲ ਅੰਤਰਰਾਸ਼ਟਰੀ ਨਜ਼ਰਾਂ ਵਿੱਚ ਪਰਮਾਣੂ ਨਿਊਕਲੀਆਈ ਬਾਗੀ ਦੇਸ਼ ਹਨ, ਜਿਨ੍ਹਾਂ ਨੇ ਮੱਤ ਖਿਲਾਰ ਸੰਧੀ ਉੱਤੇ ਦਸਤਖਤ ਕਰਨ ਤੋਂ ਇਨਕਾਰ ਕੀਤਾ ਹੈ। ਇਸ ਦੇ ਉਲਟ ਈਰਾਨ ਕੋਲ ਕੋਈ ਐਟਮ ਬੰਬ ਨਹੀਂ ਹੈ ਅਤੇ ਸਰਕਾਰੀ ਨੀਤੀ ਅਨੁਸਾਰ ਐਟਮ ਬੰਬ ਬਣਾਉਣ ਜਾਂ ਰੱਖਣ ਦੇ ਖਿਲਾਫ ਹੈ। ਉਸ ਦੇ ਪਰਮਾਣੂ ਊਰਜਾ ਨਾਲ ਸੰਬੰਧਿਤ ਸਾਰੇ ਕਾਰਜ ਅੰਤਰਰਾਸ਼ਟਰੀ ਦੇਖ ਰੇਖ ਹੇਠਾਂ ਹੀ ਹਨ। ਇਸ ਪਰਮਾਣੂ ਬੇਹਥਿਆਰੇ ਦੇਸ਼ ਨੂੰ ਅਮਰੀਕਾ, ਇਜ਼ਰਾਈਲ ਅਤੇ ਹੋਰ ਸਾਥੀ ਦੇਸ਼ ਨਿੱਤ ਡੇਲੇ ਵਿਖਾਉਂਦੇ ਹਨ ਅਤੇ ਹਮਲੇ ਦੀਆਂ ਗੋਂਦਾਂ ਖੁੱਲ੍ਹੇਆਮ ਗੁੰਦਦੇ ਹਨ। ਜੇ ਈਰਾਨ ਕੋਲ ਸੱਚਮੁੱਚ ਹੀ ਐਟਮੀ ਬੰਬ ਨਾਲ ਲੈਸ ਰਾਕਟ ਹੁੰਦੇ ਤਾਂ ਉਸ ਉੱਤੇ ਇੰਨਾ ਬੇਵਜ੍ਹਾ ਦਬਾਅ ਨਾ ਪਾਇਆ ਜਾਂਦਾ। ਉੱਤਰੀ ਕੋਰੀਆ ਕੋਲ ਐਟਮ ਬੰਬ ਹੈ ਅਤੇ ਲੋੜੀਂਦੇ ਰਾਕਟ ਵੀ। ਪੱਛਮੀ ਦੇਸ਼, ਖਾਸ ਕਰਕੇ ਅਮਰੀਕਾ ਨੂੰ ਉੱਤਰੀ ਕੋਰੀਆ ਠੁੱਡ ਵਿਖਾਉਂਦਾ ਹੈ ਤਾਂ ਹਮਲੇ ਦੀ ਨੀਅਤ ਨਾਲ ਭਰਪੂਰ ਅਮਰੀਕਾ ਦੰਦ ਪੀਂਦਾ ਰਹਿੰਦਾ ਹੈ, ਪਰ ਉਸ ਨੂੰ ਛੇੜਨ ਦੀ ਹਿੰਮਤ ਨਹੀਂ ਪੈਂਦੀ। ਇਹਨਾਂ ਹਾਲਾਤਾਂ ਨੂੰ ਵੇਖਦਿਆਂ ਜਾਪਦਾ ਹੈ ਕਿ ਭਾਰਤ ਦੇ ਸੂਝਵਾਨ ਨੇਤਾਵਾਂ ਨੇ ਦੇਸ਼ ਦੇ ਹੱਥ ਵਿੱਚ ਜੋ ਐਟਮ ਬੰਬ ਦੇ ਦਿੱਤੇ ਹਨ, ਉਹ ਅੱਜ ਸਾਨੂੰ ਅੰਤਰਰਾਸ਼ਟਰੀ ਬਲੈਕਮੇਲ ਤੋਂ ਬਚਾਈ ਰੱਖਦੇ ਹਨ ਅਤੇ ਆਜ਼ਾਦੀ ਨੂੰ ਠੁੰਮਣਾ ਦੇ ਰਹੇ ਹਨ। ਪਰ ਜੇ ਇਸ ਐਟਮ ਸ਼ਕਤੀ ਨੂੰ ਗੁਆਂਢੀ ਦੇਸ਼ਾਂ ਦੇ ਨਾਲ ਜ਼ੋਰ ਅਜ਼ਮਾਈ ਦੀ ਧਮਕੀ ਜਾਂ ਮੁੱਠਭੇੜ ਲਈ ਵਰਤਿਆ ਗਿਆ ਤਾਂ ਨਤੀਜਾ ਕੇਵਲ ਭਿਅੰਕਰ ਤਬਾਹੀ ਵਾਲਾ ਹੋ ਸਕਦਾ ਹੈ। ਸਾਮਰਾਜੀ ਕੂਟਨੀਤੀਆਂ ਨੂੰ ਸਮਝਣ ਅਤੇ ਉਹਨਾਂ ਦੇ ਬਚਣ ਦੇ ਨਾਲ ਨਾਲ ਆਪਣੇ ਸਭ ਤੋਂ ਨੇੜੇ ਅਤੇ ਦੂਰ ਦੇ ਗੁਆਂਢੀ ਦੇਸ਼ਾਂ ਨਾਲ ਅਮਨ ਅਤੇ ਤਰੱਕੀ ਦਾ ਮਾਹੌਲ ਪੈਦਾ ਕਰਨਾ ਉੱਤਮ ਨੀਤੀ ਸਮਝੀ ਜਾਣੀ ਚਾਹੀਦੀ ਹੈ। ਆਖਰੀ ਪੱਟੀ। ਸਾਮਰਾਜਵਾਦੀ ਦੀ ਅਸਲੀਅਤ ਕੀ ਹੁੰਦੀ ਹੈ? ਇਹ ਹੁੰਦੀ ਹੈ ਕਮਜ਼ੋਰ ਦੇਸ਼ਾਂ ਦੇ ਉੱਤੇ ਉਸ ਦੀ ਬੇਅੰਤ ਸ਼ਕਤੀ ਦੀ ਲਗਾਤਾਰ ਧੌਂਸ। ਅੱਜ ਦੇ ਸਮੇਂ ਸਭ ਤੋਂ ਵਧੀਆ ਉਦਾਹਰਣ ਹੈ ਅਮਰੀਕਾ ਦਾ ਈਰਾਨ ਨਾਲ ਮਹਾਂਕੁਰਖਤ ਧੌਂਸ ਭਰਿਆ ਰਵੱਈਆ। ਅਮਰੀਕਾ ਅਤੇ ਉਸਦੇ ਸਾਥੀ ਪੱਛਮੀ ਦੇਸ਼ਾਂ ਦੀਆਂ ਰਾਲਾਂ ਵਗਦੀਆਂ ਹਨ ਮੱਧ ਏਸ਼ੀਆ ਦੇ ਦੇਸ਼ਾਂ ਅੰਦਰ ਤੇਲ ਭੰਡਾਰਾਂ ਨੂੰ ਵੇਖ ਕੇ। 25 ਅਕਤੂਬਰ ਨੂੰ G20 ਦੀ ਪੀਟਰਸਬਰਗ ਵਿੱਚ ਹੋਈ ਮੀਟਿੰਗ ਵਿੱਚ ਅਮਰੀਕਨ ਪ੍ਰਧਾਨ ਓਬਾਮਾ ਨੇ ਐਲਾਨ ਕੀਤਾ, ਈਰਾਨ ਉਹ ਸਾਰੇ ਕਾਨੂੰਨ ਤੋੜ ਰਿਹਾ ਹੈ ਜਿਸ ਉੱਤੇ ਬਾਕੀ ਦੇ ਦੇਸ਼ ਅਮਲ ਕਰਦੇ ਹਨ। ਈਰਾਨ ਨੂੰ ਅੰਤਰਰਾਸ਼ਟਰੀ ਭਾਈਚਾਰੇ ਦੀਆਂ ਮੰਗਾਂ ਦੀ ਪੂਰਤੀ ਕਰਨੀ ਚਾਹੀਦੀ ਹੈ। ਇਹ ਭਾਈਚਾਰਾ ਬਣਦਾ ਹੈ 2-2 ਟਕੇ ਦੀਆਂ ਫਰਾਂਸ, ਬ੍ਰਿਟੇਨ,
ਜਰਮਨੀ ਅਤੇ ਇਜ਼ਰਾਈਲ ਦੀਆਂ ਹਕੂਮਤਾਂ ਦੇ ਨਾਲ ਇਸੇ ਭਾਈਚਾਰੇ ਨੇ ਰਲ ਕੇ ਕੁੱਲ ਦੁਨੀਆ ਦੇ ਅੰਦਰ ਉਥਲ-ਪੁਥਲ ਲਿਆਂਦੀ ਹੋਈ ਹੈ ਅਤੇ ਇੱਕੋ ਸਮੇਂ 3 ਦੇਸ਼ਾਂ ਦੇ ਅੰਦਰ ਲੰਮੀਆਂ ਜੰਗਾਂ ਲਈ ਜ਼ਿੰਮੇਵਾਰ। ਉਹ ਭਲੀ ਭਾਂਤ ਜਾਣਦੇ ਹਨ ਕਿ ਈਰਾਨ ਦੇ ਕੋਲ ਨਾ ਕੋਈ ਐਟਮ ਬੰਬ ਹੈ ਤੇ ਨਾ ਹੀ ਉਸ ਨੇ ਬਣਾਉਣਾ ਹੈ। ਫਿਰ ਉਸ ਦੇ ਉੱਤੇ ਜੰਗ ਦੀਆਂ ਧਮਕੀਆਂ ਕਿਉਂ? ਈਰਾਨ ਨੇ ਇੱਕ ਘੋਰ ਪਾਪ ਕੀਤਾ ਹੈ। ਉਸ ਨੇ ਇੱਕ ਹੋਰ ਕਿਸਮ ਦਾ ਬੰਬ ਚਲਾ ਦਿੱਤਾ ਹੈ। ਉਹ ਬੰਬ ਦੇ ਨਾਲ ਅਮਰੀਕਾ ਦੇ ਕਾਗਜ਼ੋਂ ਹੌਲੇ ਡਾਲਰ ਉੱਤੇ ਹਮਲਾ ਕੀਤਾ ਗਿਆ। ਅਮਰੀਕਾ ਇੱਕ ਦਿਵਾਲੀਆ ਦੇਸ਼ ਹੈ ਜਿਸ ਨੇ ਡਾਲਰ ਨੂੰ ਫੌਜੀ ਸ਼ਕਤੀ ਦੇ ਨਾਲ ਕੁੱਲ ਦੁਨੀਆ ਨੂੰ ਵਰਤਣ ਲਈ ਮਜਬੂਰ ਕੀਤਾ ਹੋਇਆ। ਸਭ ਤੋਂ ਵੱਡਾ ਵਪਾਰ ਹੈ ਤੇਲ ਦਾ, ਜਿਸ ਨੂੰ ਖਰੀਦਣ ਲਈ ਡਾਲਰ ਖਰੀਦਣੇ ਜ਼ਰੂਰੀ ਕੀਤੇ ਹੋਏ। ਅਸੰਖਾਂ ਦੇ ਫੋਕੇ ਕਾਗਜ਼ੀ ਡਾਲਰ ਅਮਰੀਕਾ ਦੀ ਸ਼ਕਤੀ ਦਾ ਸੋਮਾ ਬਣੇ ਹੋਏ ਹਨ। ਪਹਿਲਾ ਬੰਬ ਸਦਾਮ ਹੁਸੈਨ ਦੇ ਇਰਾਕ ਨੇ ਚਲਾਇਆ ਸੀ। ਉਸ ਨੇ ਆਪਣਾ ਤੇਲ ਡਾਲਰ ਦੀ ਥਾਂ ਯੂਰੋ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਸੀ। ਇਰਾਕ ਨੂੰ ਤਬਾਹ ਇਸੇ ਲਈ ਕੀਤਾ ਗਿਆ ਸੀ, ਨਾਲ ਹੀ ਨਾਲ ਉਸ ਦੇ ਤੇਲ ਭੰਡਾਰਾਂ ਉੱਤੇ ਕਬਜ਼ਾ ਕਰਨ ਲਈ ਵੀ। ਹੁਣ ਈਰਾਨ ਨੇ ਆਪਣਾ ਕੁੱਲ ਤੇਲ ਭੰਡਾਰ ਦੀ ਬਜਾਏ ਹੋਰਨਾਂ ਸਿੱਕਿਆਂ ਕਰੰਸੀਆਂ ਵਿੱਚ ਵੇਚਣ ਦਾ ਐਲਾਨ ਕਰ ਦਿੱਤਾ। ਇਹ ਫੈਸਲਾ ਕਿਸੇ ਐਟਮ ਬੰਬ ਚਲਾਉਣ ਨਾਲੋਂ ਘੱਟ ਨਹੀਂ ਹੈ। ਅਮਰੀਕਾ ਨੂੰ ਦਿਨ ਰਾਤ ਚਮੂਣੇ ਲੜ ਰਹੇ ਹਨ। ਉਸ ਦੇ ਝੂਠ ਦੇ ਫੋਕੇ ਡਾਲਰ ਪਾਸਾਰ ਦਾ ਨਕਾਬ ਉਤਰਿਆ। ਸਾਮਰਾਜ ਅਜਿਹਾ ਕਦੇ ਨਹੀਂ ਹੋਣ ਦੇਵੇਗਾ, ਭਾਵੇਂ ਉਸ ਨੂੰ ਈਰਾਨ ਦੇ ਨਾਲ ਜੰਗ ਕਿਉਂ ਨਾ ਛੇੜਨੀ ਪਵੇ। ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ? ਸਾਮਰਾਜ ਦੀ ਅਸਲੀਅਤ ਕੀ ਹੁੰਦੀ ਹੈ? ਉਸ ਦੀ ਬੇਅੰਤ ਫੌਜੀ ਸ਼ਕਤੀ ਦਾ ਹੋਰਨਾਂ ਉੱਤੇ ਲਗਾਤਾਰ ਦਬਦਬਾ। ਜੇ ਈਰਾਨ ਉੱਤੇ ਫੌਜੀ ਕਾਰਵਾਈ ਕੀਤੀ ਗਈ, ਜਿਸ ਦੀ ਬਹੁਤ ਵੱਡੀ ਸੰਭਾਵਨਾ ਹੈ, ਤਾਂ ਤੇਲ ਭੰਡਾਰ ਵਿੱਚ ਬੇਅੰਤ ਰੁਕਾਵਟ ਆਵੇਗੀ ਅਤੇ ਸਾਡੇ ਜਿਹੇ ਮਹਾਂ ਸਾਹ ਲੈਂਦੇ ਦੇਸ਼ ਆਰਥਿਕ ਮੰਦੀ ਵਿੱਚ ਡੁੱਬ ਜਾਣਗੇ। ਅਮਰੀਕਾ ਦੇ ਫੋਕੇ ਕਾਗਜ਼ੀ ਡਾਲਰ ਉਸ ਦੀ ਸ਼ਾਹ ਰਗ ਹਨ। ਈਰਾਨ ਨੇ ਸ਼ਾਹ ਰਗ ਨੂੰ ਹੱਥ ਪਾ ਲਿਆ ਹੈ, ਘੋਰ ਪਾਪ ਕੀਤਾ ਹੈ। ਵੇਖਦੇ ਹਾਂ ਉਸ ਨੇ ਆਪਣੀ ਰੱਖਿਆ ਲਈ ਕੀ ਪ੍ਰਬੰਧ ਕੀਤੇ ਹੋਏ ਨੇ। ਭਾਰਤ ਦੀ ਐਟਮੀ ਸ਼ਕਤੀ ਇਸ ਸਮੇਂ ਦੇਸ਼ ਦੀ ਸੁਰੱਖਿਆ ਲਈ ਗਰੰਟੀ ਹੈ ਕਿ ਕੋਈ ਬਾਹਰਲਾ ਦੇਸ਼ ਇਸ ਉੱਤੇ ਵੱਡਾ ਹਮਲਾ ਨਹੀਂ ਕਰ ਸਕਦਾ। ਨਮਸਕਾਰ ਦੂਰ ਦ੍ਰਿਸ਼ਟੀ ਦੇ ਮਾਲਕਾਂ, ਪ੍ਰਧਾਨ ਮੰਤਰੀ ਨਹਿਰੂ ਅਤੇ ਸਾਇੰਸਦਾਨ ਭਾਭਾ ਨੂੰ। ਕਿਤਾਬ ਦੂਜਾ ਪਾਸਾ, ਲੇਖਕ ਡਾਕਟਰ ਦਲਜੀਤ ਸਿੰਘ, ਭਾਗ 11ਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।